हेलो डियर स्टूडेंट्स, वेरी वार्म वेलकम वंस अगेन। हाँ जी बेटा, ਆਪਾਂ ਟਰਮ 2 ਦੀਆਂ ਤਿਆਰੀਆਂ ਕਰ ਰਹੇ ਹਾਂ। ਪੇਪਰ ਬਹੁਤ ਨੇੜੇ ਨੇ, ਸੋ ਆਪਾਂ ਜਿਹੜੇ ਟਰਮ 2 ਦੇ ਜਿੰਨੇ ਲੈਸਨ ਸੀ ਉਹਨਾਂ ਨਾਲ ਰਿਲੇਟਡ ਜਿਹੜੀ ਵਰਕਸ਼ੀਟਸ ਆਈਆਂ ਤੁਹਾਡੀ ਵਰਕ ਬੁੱਕ 'ਤੇ ਉਹ ਸੋਲਵ ਕਰ ਲਈਆਂ। ਉਹਨਾਂ 'ਚੋਂ ਇਹ ਲਾਸਟ ਵਨ ਰਹਿੰਦੀ ਆ ਲੈਸਨ 12 ਨਾਲ ਰਿਲੇਟਡ ਮਾਰਕੋ ਪੋਲੋ ਨਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਇਸ ਵਰਕ ਬੁੱਕ ਤੋਂ ਵਰਕਸ਼ੀਟ ਨੰਬਰ 12 ਆ ਜਿਹੜੀ ਉਹ ਸੋਲਵ ਕਰਾਂਗੇ। ਸੋ ਆਪਣੀ ਵਰਕ ਬੁੱਕ ਲੈ ਲਓ, ਪੈਨ ਪੈਨਸਲ ਲੈ ਲਓ, ਚਲੋ ਕਰਦੇ ਹਾਂ ਆਪਾਂ ਸੋਲਵ। हाँ जी बेटा, ले ली वर्कशीट, चलो लिखो फिर। फर्स्ट क्वेश्चन की आ, राइट द मीनिंग ऑफ द गिवन वर्ड्स इन पंजाबी और हिंदी। ਅਸੀਂ ਪੰਜਾਬੀ ਦੇ ਵਿੱਚ ਇਹਨਾਂ ਦੇ ਵਰਡ ਮੀਨਿੰਗ ਲਿਖਣੇ ਨੇ ਬੇਟਾ। ਫਸਟ ਵਰਡ ਹੈ ਐਡਵੈਂਚਰਰ। ਆਪਾਂ ਪੜ੍ਹਿਆ ਹੋਇਆ ਲੈਸਨ ਪੜ੍ਹਿਆ ਹੋਇਆ ਤੁਸੀਂ, ਕੀ ਆ ਸਾਹਸੀ। ਠੀਕ, ਸੋ ਲਿਖੋ ਫਿਰ ਇਹਦਾ ਆਨਸਰ ਕੀ ਆ ਸਾਹਸੀ। ਕੁਛ ਹੋਰ ਵੀ ਲਿਖਿਆ, ਜਾਂਬਾਜ਼ ਵੀ ਲਿਖਿਆ, ਅਗਰ ਜਾਂਬਾਜ਼ ਲਿਖਿਆ ਫਿਰ ਵੀ ਠੀਕ ਆ ਬੇਟਾ। ਨੈਕਸਟ ਹੈਗਾ ਟਰੈਵਲਰ। ਟਰੈਵਲਰ, ਟਰੈਵਲ ਯਾਤਰਾ ਹੁੰਦੀ ਹੈ, ਟਰੈਵਲਰ ਕੀ ਹੋ ਗਿਆ ਯਾਤਰੀ, ਯਾਤਰਾ ਕਰਨ ਵਾਲਾ। ਨੈਕਸਟ ਹੈ ਜੀ ਹੈਬਿਟਸ। ਹੈਬਿਟਸ ਕੀ ਹੁੰਦੀਆਂ ਨੇ ਆਦਤਾਂ। ਠੀਕ, ਸੋ ਲਿਖੋ ਇਹਨੂੰ, ਬਿੰਦੀ ਪਾਉਣੀ ਨਹੀਂ ਭੁੱਲਣੀ ਉੱਤੇ। ਨੈਕਸਟ ਹੈ ਐਕਸਪਲੋਰਲ, ਮੀਨਸ ਖੋਜੀ। ਨੈਕਸਟ ਹੈ ਗ੍ਰੈਂਡਨੈਸ। ਗ੍ਰੈਂਡਨੈਸ ਮੀਨਸ ਮਹਾਨਤਾ। ਓਕੇ, ਨੈਕਸਟ ਹੈਗਾ ਜੀ ਵਰਡ ਫੈਸ਼ੀਨੇਟਡ। ਫੈਸ਼ੀਨੇਟਡ ਮੀਨਸ ਆਕਰਸ਼ਿਤ ਹੋਇਆ। ਅਤੇ ਨੈਕਸਟ ਵਰਡ ਆ ਇੰਸਪਾਇਰਡ, ਮੀਨਸ ਪ੍ਰੇਰਿਤ ਹੋਇਆ। ਹੋਇਆ ਅਸੀਂ ਤਾਂ ਲਾ ਰਹੇ ਹਾਂ ਕਿਉਂਕਿ ਈ ਡੀ ਲੱਗੀ ਵੀ ਹੈ ਨਾ, ਸੋ ਸੈਕਿੰਡ ਫਾਰਮ ਆ। ਇਹ ਵਰਡ ਅਸੀਂ ਵਰਡ ਮੀਨਿੰਗ ਦੇ ਵਿੱਚ ਜਿਹੜੀ ਤੁਹਾਡੀ ਐਕਟੀਵਿਟੀ 1 ਆ ਉਹਦੇ 'ਚ ਇਹ ਸਾਰੇ ਕੀਤੇ ਹੋਏ ਨੇ ਬੇਟਾ। ਆਈ ਹੋਪ ਕਿ ਤੁਹਾਨੂੰ ਇਹ ਆਉਂਦੇ ਹੋਣੇ। ਸੋ ਨੈਕਸਟ ਹੈ ਜਿਹੜਾ ਯੂਜ਼ ਦ ਗਿਵਨ ਵਰਡਸ ਇਨ ਮੀਨਿੰਗਫੁਲ ਸੈਂਟੈਂਸਿਸ। ਹੁਣ ਸਾਨੂੰ ਕੁਝ ਵਰਡ ਦਿੱਤੇ ਹੋਏ ਨੇ ਜਿਨ੍ਹਾਂ ਦੇ ਅਸੀਂ ਮੀਨਿੰਗਫੁਲ ਸੈਂਟੈਂਸ ਬਣਾਉਣੇ ਨੇ। ਸੋ ਫਸਟ ਵਰਡ ਆ ਟਰਾਂਸਲੇਟਡ। ਟਰਾਂਸਲੇਟ ਹੁੰਦਾ ਅਨੁਵਾਦ ਕਰਨਾ, ਟਰਾਂਸਲੇਟਡ ਮੀਨਸ ਅਨੁਵਾਦ ਕੀਤਾ। ਸੋ ਆਪਾਂ ਇਹਦਾ ਸੈਂਟੈਂਸ ਬਣਾ ਸਕਦੇ ਹਾਂ, ਬੁੱਕ ਵਾਸ ਟਰਾਂਸਲੇਟਡ ਇਨ ਮੈਨੀ ਲੈਂਗੁਏਜਿਸ। ਮੀਨਸ ਜਿਹੜੀ ਇਹ ਕਿਤਾਬ ਆ ਇਹਦੀ ਬਹੁਤ ਭਾਸ਼ਾ ਵਿੱਚ ਇਹਦਾ ਅਨੁਵਾਦ ਹੋ ਚੁੱਕਿਆ। ਠੀਕ ਹੋ ਗਿਆ, ਸੋ ਇੱਥੋਂ ਤੁਸੀਂ ਪੌਜ਼ ਕਰਕੇ ਨੋਟ ਡਾਊਨ ਕਰ ਲੈਣਾ। ਨੈਕਸਟ ਆ ਸਪਾਈ। ਸਪਾਈ ਆਪਾਂ ਪੜ੍ਹਿਆ ਸੀ ਜਾਸੂਸ ਹੁੰਦਾ ਗਾ। ਇਹਨੂੰ ਕੋਈ ਵੀ ਇੱਥੇ ਤੁਸੀਂ ਨਾਮ ਦੇ ਕੇ, ਜਾਂ ਹੀ ਐਕਟਡ ਐਜ਼ ਸਪਾਈ, ਰਾਮ ਐਕਟਡ ਐਜ਼ ਸਪਾਈ, ਕਿਸੇ ਦਾ ਵੀ ਨਾਮ ਲੈ ਕੇ ਵੀ ਉਹਨੇ ਜਾਸੂਸ ਦੇ ਵਜੋਂ ਭੂਮਿਕਾ ਨਿਭਾਈ, ਐਕਟ ਕੀਤਾ। ਠੀਕ, ਸੋ ਈਜ਼ੀ ਤੋਂ ਈਜ਼ੀ ਬਣਾਉਣ ਦੀ ਕੋਸ਼ਿਸ਼ ਕਰੋ। ਨੈਕਸਟ ਹੈਗਾ ਐਕਸਪੀਰੀਅੰਸਡ। ਠੀਕ, ਤਾਂ ਫਿਰ ਹੁਣ ਹੀ ਵਾਜ਼ ਐਨ ਐਕਸਪੀਰੀਅੰਸਡ ਟੀਚਰ, ਅਨੁਭਵੀ ਟੀਚਰ ਆ। ਠੀਕ, ਨੈਕਸਟ ਹੈ ਜੀ ਥਰੋ ਆਊਟ। ਥਰੋ ਆਊਟ ਦਾ ਮਤਲਬ ਹੁੰਦਾ ਅਕਰੋਸ ਜਾਂ ਅਰਾਊਂਡ। ਫਿਰ ਕੀ ਜੀ ਇੱਥੇ ਕੀ ਬਣੂਗਾ ਇਹਦਾ ਸੈਂਟੈਂਸ, ਸ਼ੀ ਹੈਜ਼ ਟਰੈਵਲਡ ਥਰੂ ਆਊਟ ਦਾ ਵਰਲਡ। ਸ਼ੀ ਵੀ ਹੋ ਸਕਦਾ, ਕਿਸੇ ਦਾ ਨਾਮ ਵੀ ਹੋ ਸਕਦਾ, ਹੀ ਵੀ ਲਾ ਸਕਦੇ ਹੋ ਤੁਸੀਂ ਉੱਥੇ। ਰਾਮ ਹੈਜ਼ ਟਰੈਵਲਡ, ਮਾਰਕੋ ਪੋਲੋ ਹੈਜ਼ ਟਰੈਵਲਡ ਥਰੂ ਆਊਟ ਦਾ ਵਰਲਡ, ਇੱਦਾਂ ਤੁਸੀਂ ਲਿਖ ਸਕਦੇ ਹੋ। ਠੀਕ, ਨੈਕਸਟ ਵਨ ਹੈ ਮੈਸੇਂਜਰ। ਮੈਸੇਂਜਰ ਕੌਣ ਹੁੰਦਾ, ਸੁਨੇਹਾ ਦੇਣ ਵਾਲਾ, ਸੰਦੇਸ਼ਵਾਹਕ। ਸੋ ਡੋਂਟ ਸ਼ੂਟ ਦਾ ਮੈਸੇਂਜਰ, ਸੌਖੇ ਤੋਂ ਸੌਖਾ, ਜਾਂ ਕਿਸੇ ਦਾ ਨਾਮ ਲੈ ਕੇ ਉਹਦੇ 'ਚ ਵੀ ਲਿਖ ਸਕਦੇ ਹੋ। ਜਾਂ ਮਾਰਕੋ ਪੋਲੋ ਨੇ ਉੱਥੇ ਐਜ਼ ਆ ਮੈਸੇਂਜਰ ਕੰਮ ਕੀਤਾ ਸੀ। ਠੀਕ ਆ, ਕੁਬਲੀ ਖਾਨ ਲਈ ਉਹ ਵੀ ਸੈਂਟੈਂਸ ਬਣਾ ਸਕਦੇ ਹੋ ਅਗਰ ਤੁਹਾਨੂੰ ਆਉਂਦਾ। ਨੈਕਸਟ ਹੈ ਜੀ ਪਾਪੂਲਰ। ਪਾਪੂਲਰ ਮੀਨਸ ਮਸ਼ਹੂਰ। ਆਈ ਐਮ ਪਾਪੂਲਰ, ਇਟ ਇਜ਼ ਵੈਰੀ ਪਾਪੂਲਰ ਬੁੱਕ। ਇਹ ਬਹੁਤ ਮਸ਼ਹੂਰ ਬੁੱਕ ਹੈ, ਮੈਂ ਬਹੁਤ ਮਸ਼ਹੂਰ ਹਾਂ। ਸੋ ਈਜ਼ੀ ਤੋਂ ਈਜ਼ੀ ਜਿਹੜਾ ਤੁਸੀਂ ਸੈਂਟੈਂਸ ਬਣਾ ਸਕੋ। ਨੈਕਸਟ ਐਕਸਪਲੋਰਰ ਆ ਗਿਆ, ਖੋਜੀ। ਹੀ ਵਾਜ਼ ਅ ਬਰੇਵ ਐਕਸਪਲੋਰਰ। ਨੈਕਸਟ ਵਰਡ ਹੈ ਬਲੀਵਡ। ਬਲੀਵਡ ਮੀਨਸ ਵਿਸ਼ਵਾਸ ਕਰਦਾ, ਜਿਹੜਾ ਵਿਸ਼ਵਾਸ ਹੁੰਦਾ ਨਾ ਬਲੀਵ। ਵੀ ਹੈਵ ਬਲੀਵਡ ਇਨ ਗੋਡ, ਅਸੀਂ ਸਾਰੇ ਪਰਮਾਤਮਾ 'ਚ ਕੀ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ। ਸੋ ਇਹ ਹੋ ਗਿਆ ਫਸਟ ਤੋਂ ਬਾਅਦ ਸੈਕਿੰਡ। ਹੁਣ ਆ ਜਾਓ ਜੀ ਥਰਡ ਕੁਐਸਚਨ 'ਤੇ। ਮੈਚ ਦਾ ਕਾਲਮ ਨੇ ਸਾਨੂੰ ਕਾਲਮ ਏ ਦੇ ਵਿੱਚ ਕੁਝ ਵਰਡ ਦਿੱਤੇ ਨੇ, ਕਾਲਮ ਬੀ ਦੇ ਵਿੱਚ ਕੁਝ ਵਰਡ ਦਿੱਤੇ ਨੇ। ਏ ਦੇ ਵਿੱਚ ਜਿਹੜੇ ਵਰਡ ਨੇ ਉਹ ਕੈਪੀਟਲਸ ਨੇ ਕੰਟਰੀਜ਼ ਦੀਆਂ, ਬੀ ਦੇ ਵਿੱਚ ਉਹ ਕੰਟਰੀਜ਼ ਨੇ। ਸੋ ਅਸੀਂ ਉਹਨੂੰ ਸਹੀ ਨਾਲ ਮਿਲਾਉਣਾ ਗਾ। ਠੀਕ, ਜਿੱਦਾਂ ਉੱਧਰ ਆਪਾਂ ਕੰਟਰੀ ਨੂੰ ਲੈ ਕੇ ਚੱਲਦੇ ਹਾਂ। ਫਸਟ ਵਨ ਕਿਹੜਾ, ਪਾਕਿਸਤਾਨ ਆ। ਪਾਕਿਸਤਾਨ ਦੀ ਕੈਪੀਟਲ ਕਿਹੜੀ ਹੈ, ਇਸਲਾਮਾਬਾਦ। ਸੋ ਉਹਨੂੰ ਇਸਲਾਮਾਬਾਦ ਨਾਲ ਮਿਲਾਇਆ ਮੈਂ। ਚਾਈਨਾ ਦੀ ਬੀਜ਼ਿੰਗ, ਅਮਰੀਕਾ ਦੀ ਵਾਸ਼ਿੰਗਟਨ DC, ਇੰਗਲੈਂਡ ਦੀ ਲੰਡਨ।
सो हो गया, बहुत ईजी सी है ना। सो नैक्सट ऑब्जैक्टिव टाइप क्वेश्चन आंसरस आ गए बेटा इस लैसन नाल रिलेटेड। लो जी हुण आपां ओह करदे हां। नेम द पर्सन हू वाज अ मर्चेंट एंड एन एडवेंचरर। उस बंदे का नाम लिखो। उस लैसन के बेस ते गल हो रही है बेटा। मार्को पोलो सी सानू पता, उही मर्चेंट सी, व्यापारी सी, उही की सीगा जांबाज साहसी यात्री सीगा इत्थे। सो फिर की नाम आंसर की लिखांगे असी मार्को पोलो। ऑब्जैक्टिव टाइप क्वेश्चनस ने, सो एक दो वर्ड दे विच भी तुसीं इन्हां दा आंसर दे सकदे हो बेटा। नैक्सट क्वेश्चन आ हाउ मैनी ईयर्स डिड मार्को पोलो स्पेंड इन चाइना। मार्को पोलो ने किन्ना समा चाइना दे विच बिताया। 17 साल बिताए। तुसीं कल्ला 17 ईयर्स भी लिख सकते हो। ही स्पेंट 17 ईयर इन चाइना भी लिख सकते हो। मार्को पोलो स्पेंट 17 ईयर इन चाइना भी लिख सकते हो। ठीक है। नैक्सट वन आ हाउ डिड मार्को पोलो ट्रैवल फ्रॉम बीनस टू चाइना। किमें गया सी वो चाइना? बाय शिप। सो आंसर की आ बाय शिप। लो जी नैक्सट क्वेश्चन आ गया वैन वाज ही बॉर्न। ਉਹਦਾ जन्म कदों होया? जन्म कदों होया सी सानू पता 1254 ਜਿਹਨੂੰ ਆਪਾਂ ਪੰਜਾਬੀ 'ਚ ਬੋਲੀਏ ਜੇ ਹੋਇਆ ਸੀ। ਸੋ ਫਿਰ ਅਗਰ ਤੁਹਾਨੂੰ ਇੰਨਾ ਪਤਾ ਫਿਰ ਹੋਇਆ ਕਿੱਥੇ ਸੀ ਉਹ ਤਾਂ ਹਾਲਾਂਕਿ ਇਹਨਾਂ ਨੇ ਪੁੱਛਿਆ ਨਹੀਂ, ਵੇਅਰ ਤਾਂ ਆਇਆ ਨਹੀਂ। ਹੀ ਵਾਜ਼ ਬੋਰਨ ਇਨ ਵੀਨਸ ਇਨ 1254। ਠੀਕ, ਚਾਹੇ ਤੁਸੀਂ 1254 ਵੀ ਇਕੱਲਾ ਲਿਖ ਦੋਗੇ ਤਦ ਵੀ ਆਨਸਰ ਬੇਟਾ ਸਹੀ ਹੈ। ਠੀਕ, ਨੈਕਸਟ ਕੁਐਸਚਨ ਆ ਵਾਟ ਵਰ ਦਾ ਨੇਮਸ ਆਫ ਹਿਜ਼ ਫਾਦਰ ਐਂਡ ਅੰਕਲ। ਉਹਦੇ ਅੰਕਲ ਦਾ ਤੇ ਫਾਦਰ ਦਾ ਨਾਮ ਪੁੱਛਿਆ। ਇਕੱਲੇ ਨਾਮ ਵੀ ਲਿਖੇ ਜਾ ਸਕਦੇ ਆ। ਜਿਹੜੇ ਬੱਚੇ ਸਾਰਾ ਸੈਂਟੈਂਸ ਨਹੀਂ ਯਾਦ ਕਰ ਸਕਦੇ, ਜਿਹੜੇ ਸੈਂਟੈਂਸ ਈਜ਼ੀਲੀ ਯਾਦ ਕਰਕੇ ਲਿਖ ਸਕਦੇ ਉਹ ਸੈਂਟੈਂਸ ਵੀ ਲਿਖ ਸਕਦੇ ਆ। ਹਿਜ਼ ਫਾਦਰਸ ਨੇਮ ਬਾਜ਼, ਕਿਉਂਕਿ ਉਹ ਤਾਂ ਕੁਐਸਚਨ 'ਚ ਹੀ ਪਿਆ। ਹਿਜ਼ ਫਾਦਰਸ ਨੇਮ ਬਾਜ਼ ਕੀ ਸੀ? ਨਿਕੋਲੋ। ਐਂਡ ਉਹਦੇ ਅੰਕਲ ਦਾ ਨਾਮ ਕੀ ਸੀਗਾ? ਮਾਫੀਓ। ਠੀਕ, ਸੋ ਇਕੱਲੇ ਇਹ ਨਾਮ ਵੀ ਲਿਖ ਸਕਦੇ ਹੋ ਤੁਸੀਂ। ਹਾਂਜੀ, ਨੈਕਸਟ ਕੁਐਸਚਨ ਕੀ ਹੈ ਬੇਟਾ? ਵਟ ਵਰ ਦਾ ਥਿੰਗਸ ਵਿਚ ਇੰਪਰੈਸਡ ਮਾਰਕੋ ਪੋਲੋ ਇਨ ਚਾਈਨਾ। ਕਿਹੜੀਆਂ ਚੀਜ਼ਾਂ ਨੇ ਚਾਈਨਾ ਦੇ ਵਿੱਚ ਮਾਰਕੋ ਪੋਲੋ ਨੂੰ ਇੰਪਰੈਸ ਕੀਤਾ? ਉੱਥੇ ਉਹਦੀ ਵੈਲਥ, ਧਨ ਦੌਲਤ ਔਰ ਸ਼ਾਨੋ ਸ਼ੌਕਤ, ਲਗਜ਼ਰੀ ਨੇ। ਸੋ ਦਾ ਵੈਲਥ ਐਂਡ ਦਾ ਲਗਜ਼ਰੀ, ਇਹਨਾਂ ਵੀ ਆਨਸਰ ਲਿਖ ਸਕਦੇ ਹੋ ਤੁਸੀਂ। ਓਕੇ ਜੀ, ਨੈਕਸਟ ਆ ਜਾਓ ਫਰੋਮ ਹੂਮ ਡਿਡ ਹੀ ਸਰਵ ਐਜ਼ ਅ ਸਪਾਈ। ਕਿਹਦੇ ਲਈ ਉਹਨੇ ਐਜ਼ ਅ ਸਪਾਈ ਕੰਮ ਕੀਤਾ ਸੀ? ਜਸੂਸ, ਅੰਪਰਰ, ਸਮਰਾਟ ਲਈ, ਕੁਬਲਾ ਖਾਨ ਲਈ, ਹੈ ਨਾ, ਕੁਬਲੀ ਖਾਨ ਲਈ। ਸੋ ਤੁਸੀਂ ਚਾਹੇ ਇਕੱਲਾ ਫੋਰ ਦਾ ਸਮਰਾਟ ਜਾਂ ਐਂਪਰਰ ਲਿਖ ਸਕਦੇ ਹੋ, ਜਾਂ ਚਾਈਨੀਜ਼ ਐਂਪਰਰ ਕੁਬਲੀ ਖਾਨ। ਠੀਕ ਆ, ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਤੁਸੀਂ ਆਨਸਰ ਦੇ ਦੇਣਾ। ਚਲੋ ਨੈਕਸਟ ਪੇਜ 'ਤੇ ਆ ਜਾਓ। ਹੁਣ ਟਰਨ ਕਰੋ ਪੇਜ। ਕੁਐਸਚਨ ਨੰਬਰ 8 ਵਿਦ ਵਿਚ ਕੰਟਰੀ ਡਿਡ ਵੀਨਸ ਫਾਈਟ ਅ ਵਾਰ। ਕਿਹਦੇ ਖਿਲਾਫ ਉਹਨੇ ਯੁੱਧ ਲੜਿਆ ਸੀ? ਓਕੇ, ਕਿਹੜੀ ਸਿਟੀ ਦੇ ਖਿਲਾਫ ਲੜਿਆ ਸੀ? ਸਿਟੀ ਦਾ ਨਾਂ ਕੀ ਸੀਗਾ? ਦੇਖੋ ਫਿਰ ਭਾਈ ਧਿਆਨ ਨਾਲ ਲਿਖਿਆ ਹੋਇਆ ਤੁਹਾਨੂੰ ਆਉਂਦਾ ਹੋਊ, ਜੀਨੋਆ, ਸਿਟੀ ਆਫ ਜੀਨੋਆ। ਠੀਕ, ਜੀ ਜਿਹੜੀ ਆ ਆਮ ਗੱਗੇ ਦੀ ਸਾਊਂਡ ਦਿੰਦੀ ਹੁੰਦੀ ਹੈ, ਪਰ ਜੇ ਈ ਲੱਗ ਗਈ ਜਾਂ ਆਈ ਲੱਗ ਗਈ ਜਾਂ ਵਾਈ ਲੱਗ ਗਈ ਨਾਲ, ਫਿਰ ਉਹ ਜੱਜੇ ਦੀ ਸਾਊਂਡ ਦੇਣ ਲੱਗ ਜਾਂਦੀ ਹੈ, ਜੀਨੋਆ। ਠੀਕ, ਨੈਕਸਟ ਕੁਐਸਚਨ ਆ ਨੇਮ ਦਾ ਫੇਮਸ ਬੁੱਕ ਦੈਟ ਹੈਡ ਬੀਨ ਰਿਟਨ ਬਾਏ ਐਨੀ ਵੈਲ ਨੋਨ ਸਟੋਰੀ ਰਾਈਟਰ। ਕਿਹੜੀ ਸੀਗੀ ਉਹ? ਦ ਟਰੈਵਲਰਸ ਆਫ ਮਾਰਕੋ ਪੋਲੋ ਬੁੱਕ ਦਾ ਨਾਂ ਸੀ, ਜਿਹਦੇ ਲੈਸਨ ਦੇ ਵਿੱਚ ਜ਼ਿਕਰ ਹੋਇਆ ਬੇਟਾ। ਲਓ ਜੀ, ਡਨ ਹੋ ਗਿਆ। ਕੁਐਸਚਨ ਨੰਬਰ 5 ਫਿਲ ਇਨ ਦਾ ਬਲੈਂਕਸ ਐਂਡ ਚੂਜ਼ ਦਾ ਆਨਸਰ ਫਰੋਮ ਦਾ ਗਿਵਨ ਆਪਸ਼ਨਸ। ਬਲੈਂਕਸਾਂ ਫਿਲ ਕਰਨੀਆਂ ਨੇ, ਆਪਸ਼ਨਸ ਸਾਨੂੰ ਦਿੱਤੀਆਂ ਹੋਈਆਂ ਨੇ, ਉਹਦੇ ਵਿੱਚੋਂ ਹੀ ਅਸੀਂ ਚੂਜ਼ ਕਰਕੇ ਲਿਖਣਾ। ਸੋ ਮਾਰਕੋ ਪੋਲੋ ਵਾਜ਼ ਕੀ ਸੀਗਾ? ਮਰਚੈਂਟ। ਪਹਿਲੇ 'ਚ ਕੀ ਭਰਿਆ ਸੀ? ਮਰਚੈਂਟ। ਸੈਕਿੰਡ, ਮਾਰਕੋ ਪੋਲੋ ਵਾਜ਼ ਬੋਰਨ ਇਨ, ਉੱਥੇ ਆਪਾਂ ਦੇਖੋ ਉੱਪਰ ਆਇਆ ਸੀਗਾ 1254 ਭਰਤਾ ਸੀ। ਹੋ ਗਿਆ, ਡਨ। ਥਰਡ, ਹੀ ਵਾਜ਼ ਦਾ ਟਰੈਵਲਰ ਹੂ ਵੈਂਟ ਟੂ ਮੈਨੀ ਕੰਟਰੀਜ਼। ਉਹ ਯਾਤਰੀ ਸੀ ਜਿਹੜਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਿਆ। ਹੀ ਆਲਸੋ ਸਾ ਦਾ ਮਾਊਂਟੇਨਸ ਆਫ ਹਿੰਦੂ ਕੁਸ਼ ਐਂਡ ਗੋਬੀ ਡੈਜ਼ਰਟ। ਠੀਕ, ਇਹ ਭਰਾਂਗੇ ਅਸੀਂ ਚੌਥੇ ਦੇ ਵਿੱਚ। ਫਿਫਥ ਦੇ ਵਿੱਚ ਬੇਟਾ ਆ ਜਾਊਗਾ ਹੀ ਰਿਟਰਨਡ ਫਰੋਮ ਵੀਨਸ ਇਨ। ਕਦੋਂ ਮੁੜਿਆ ਸੀ ਉਹ ਵੀਨਸ ਤੋਂ? 1295 ਦੇ ਵਿੱਚ।
ਜਨਮ ਉਹਦਾ 1254 ਚ ਹੋਇਆ ਸੀ। ਇਹਨੂੰ ਇੱਦਾਂ ਯਾਦ ਰੱਖ ਲੈਣਾ, ਠੀਕ ਹੈ। ਸੋ ਇਹ ਹੋ ਗਿਆ ਡਨ। ਬਲੈਂਕਸਾਂ ਵੀਡੀਓ ਪੌਜ਼ ਕਰ ਲੈਣੀ ਆ ਅਤੇ ਇਹਨੂੰ ਨੋਟ ਡਾਊਨ ਕਰ ਲੈਣਾ ਬੇਟਾ। ਹੁਣ ਅੱਗੇ ਆ ਗਿਆ ਜੀ ਗ੍ਰਾਮਰ ਦਾ ਪਾਰਟ, ਠੀਕ। ਗ੍ਰਾਮਰ ਦੇ ਪਾਰਟ ਦੇ ਵਿੱਚ ਦੇਖੋ ਚੇਂਜ ਦਾ ਵੋਇਸ ਦਿੱਤਾ ਹੋਇਆ, ਤੁਹਾਨੂੰ ਸੈਂਟੈਂਸ ਦਿੱਤੇ ਹੋਏ ਨੇ, ਉਹਨਾਂ ਨੂੰ ਤੁਸੀਂ ਕੀ ਕਰਨਾ, ਚੇਂਜ ਕਰਨਾ ਹੈਗਾ, ਠੀਕ ਹੈ। ਚੇਂਜ ਦਾ ਵੋਇਸ ਆਪਾਂ ਟੌਪਿਕ ਕੀਤਾ ਹੋਇਆ ਨਾ, ਟੌਪਿਕ ਅਸੀਂ ਕੀਤਾ ਹੋਇਆ। ਸੋ ਇਹਨੂੰ ਧਿਆਨ ਨਾਲ ਇੱਥੇ ਤੁਸੀਂ ਕਰਨਾ ਸੋਲਵ। ਹਾਂਜੀ, ਫਸਟ ਸੈਂਟੈਂਸ ਆ, ਹੀ ਵਿਲ ਹੈਵ ਕੌਟ ਦਾ ਟ੍ਰੇਨ। ਅਸੀਂ ਇਹਦੇ ਵਿੱਚ ਸਬਜੈਕਟ ਨੂੰ ਓਬਜੈਕਟ ਬਣਾਉਣਾ ਹੁੰਦਾ ਅਤੇ ਓਬਜੈਕਟ ਨੂੰ ਸਬਜੈਕਟ। ਸੋ ਓਬਜੈਕਟ ਕੀ ਆ, ਦਾ ਟ੍ਰੇਨ। ਸੋ ਦਾ ਟ੍ਰੇਨ ਅੱਗੇ ਆ ਗਿਆ, ਵਿਲ ਹੈਵ ਲੱਗਿਆ ਹੀ ਹੋਇਆ ਸੀ, ਉਹ ਵੀ ਲਗਾਤਾ। ਫਿਰ ਨਾਲ ਲਾਉਣਾ ਸੀ ਬੀਨ, VEEN ਬੀਨ। ਕੌਟ ਦਾ ਕੌਟ ਆ ਜੂ, ਬਾਏ ਹੀ ਬਣ ਗਿਆ ਹਿਮ। ਸੋ ਧਿਆਨ ਨਾਲ ਬੇਟਾ, ਦ ਟ੍ਰੇਨ ਵਿਲ ਹੈਵ ਬੀਨ ਕੌਟ ਬਾਏ ਹਿਮ। ਨੈਕਸਟ ਸੈਂਟੈਂਸ ਆ, ਸੀ ਹੈਡ ਨਾਟ ਸਪੋਕਨ ਦਾ ਟਰੁੱਥ। ਦਾ ਟਰੁੱਥ ਅੱਗੇ ਆਊਗਾ, ਹੈਡ ਵੀ ਲੱਗਿਆ ਵਾ, ਨੋਟ ਵੀ ਲੱਗਿਆ ਹੋਇਆ। ਸੋ ਉੱਦਾਂ ਹੀ ਰਹੂ, ਨਾਲ ਲਾਉਣਾ ਸੀ ਬੀਨ। ਸਪੋਕਨ ਦਾ ਸਪੋਕਨ ਆ ਗਿਆ, ਬਾਏ ਸ਼ੀ ਬਣ ਗਿਆ ਹਰ। ਸੋ ਸੈਂਟੈਂਸ ਕੀ ਬਣ ਗਿਆ, ਦ ਟਰੁੱਥ ਹੈਡ ਨਾਟ ਬੀਨ ਸਪੋਕਨ ਬਾਏ ਹਰ। ਨੈਕਸਟ ਹੈ, ਹੈਵ ਯੂ ਸੀਨ ਦਾ ਸਰਕਸ। ਦਾ ਸਰਕਸ ਅੱਗੇ ਆਉਣੀ ਆ, ਪਰ ਇਹ ਇੰਟੈਰੋਗੇਟਿਵ ਆ, ਹੈਵ ਲੱਗਿਆ ਹੋਇਆ। ਜਦੋਂ ਦਾ ਸਰਕਸ ਅਸੀਂ ਅੱਗੇ ਲੈ ਕੇ ਆਵਾਂਗੇ ਬੇਟਾ ਸਿੰਗੂਲਰ ਆ, ਤਾਂ ਹੈਜ਼ ਲੱਗ ਜੂ ਹੈਵ ਦੀ ਜਗ੍ਹਾ 'ਤੇ। ਹੈਜ਼ ਦਾ ਸਰਕਸ, ਫਿਰ ਬੀਨ, ਸੀਨ ਦਾ ਸੀਨ ਲੱਗ ਜੂ, ਬਾਏ ਯੂ ਦਾ ਯੂ ਹੀ ਰਹਿ ਜਾਂਦਾ ਹੁੰਦਾ, ਚੇਂਜ ਨਹੀਂ ਹੁੰਦਾ। ਸਾਈਨ ਆਫ ਇੰਟੈਰੋਗੇਸ਼ਨ ਵੀ ਪਿੱਛੇ ਉੱਦਾਂ ਹੀ ਲਾਉਣਾ। ਸੋ ਇਹ ਹੋ ਗਿਆ ਸੈਂਟੈਂਸ ਚੇਂਜ। ਨੈਕਸਟ ਵਨ ਆ, ਵੀ ਹੈਵ ਮੇਡ ਆ ਨਿਊ ਰਿਕਾਰਡ। ਆ ਨਿਊ ਰਿਕਾਰਡ ਸਾਰਾ ਪਿਛਲਾ ਆਊਗਾ, ਮੇਡ ਤੋਂ ਬਾਅਦ ਵਾਲਾ ਅੱਗੇ ਹੈ। ਹੁਣ ਨਿਊ ਰਿਕਾਰਡ ਇੱਕ ਸਿੰਗੂਲਰ ਆ, ਸੋ ਹੈਜ਼ ਲੱਗੂ ਹੈਵ ਦੀ ਜਗ੍ਹਾ 'ਤੇ। ਹੈਜ਼ ਬੀਨ, ਮੇਡ ਦਾ ਮੇਡ ਆ ਗਿਆ, ਬਾਏ ਬੀ ਕਾਹਦੇ 'ਚ ਬਦਲ ਗਿਆ, ਅਸ 'ਚ। ਚਲੋ ਜੀ ਨੈਕਸਟ ਵਨ, ਹੈਜ਼ ਸ਼ੀ ਰੀਡ ਦਾ ਨਿਊਜ਼ ਪੇਪਰ। ਸੋ ਹੈਜ਼ ਲੱਗਿਆ ਹੋਇਆ ਸੀ, ਜਦ ਨਿਊਜ਼ ਪੇਪਰ ਅੱਗੇ ਆਊਗਾ ਤਾਂ ਕੀ ਲੱਗ ਜੂ, ਹੈਵ। ਹੈਵ ਦਾ ਨਿਊਜ਼ ਪੇਪਰ ਬੀਨ ਰੈਡ। ਸਪੈਲਿੰਗ ਸੇਮ ਹੁੰਦੇ ਨੇ, ਬੋਲਾਂਗੇ ਰੈਡ। ਵਾਏ ਸ਼ੀ ਕਾਹਦੇ 'ਚ ਬਦਲਦਾ ਹੁੰਦਾ, ਹਰ ਦੇ ਵਿੱਚ। ਸਾਈਨ ਆਫ ਇੰਟੈਰੋਗੇਸ਼ਨ ਲਾਉਣਾ ਸੀ ਇੱਥੇ, ਮੈਂ ਭੁੱਲ ਗਈ, ਅਤੇ ਤੁਸੀਂ ਲਗਾਓ ਇੱਥੇ ਸਾਈਨ ਆਫ ਇੰਟੈਰੋਗੇਸ਼ਨ ਵੀ। ਨੈਕਸਟ ਆ, ਆਈ ਹੈਵ ਵਨ ਦਾ ਵੈਟ। ਦਾ ਬੈਟ ਅੱਗੇ ਆਊਗਾ, ਬੈਟ ਹੁਣ ਸਿੰਗੂਲਰ ਹੋ ਗਿਆ, ਸੋ ਹੈਜ਼ ਲੱਗੂ। ਹੈਜ਼ ਦੇ ਨਾਲ ਕੀ ਲੱਗੂ, ਬੀਨ, ਵਨ ਦਾ ਵਨ। ਵਾਏ ਆਈ ਕਾਹਦੇ 'ਚ ਬਦਲ ਜੂਗੀ, ਮੀ 'ਚ। ਓਕੇ, ਨੈਕਸਟ ਵਨ ਆ ਗਿਆ, ਦੇ ਵਰ ਹੈਲਪਿੰਗ ਦਾ ਪੂਅਰ। ਦਾ ਪੂਅਰ ਅੱਗੇ ਆ ਗਿਆ, ਫਿਰ ਪੂਅਰ ਹੁਣ ਇੱਕ ਲਈ ਤਾਂ ਵਰਤਿਆ ਨਹੀਂ ਜਾਂਦਾ, ਸਾਰਿਆਂ ਲਈ ਵਰਤਿਆ ਜਾਂਦਾ, ਪਲੂਰਲ ਆ, ਸੋ ਬਰ ਲੱਗੂਗਾ। ਬੀਇੰਗ ਹੈਲਪਡ ਬਾਏ, ਦੇ ਕਾਹਦੇ 'ਚ ਬਦਲਦਾ ਹੁੰਦਾ, ਦੈਮ ਦੇ ਵਿੱਚ। ਲਓ ਜੀ, ਇਹ ਪੇਜ ਹੋ ਗਿਆ ਸਾਡਾ ਸੋਲਵ। ਅਗਲੇ ਪੇਜ 'ਤੇ ਆ ਜਾਓ ਅਤੇ ਸੈਂਟੈਂਸ ਨੰਬਰ 8 ਦੇਖੋ, ਯੂ ਆਰ ਸਟੀਲਿੰਗ ਆਵਰ ਬੁੱਕਸ। ਆਵਰ ਬੁੱਕਸ ਅੱਗੇ ਆਊ, ਬਹੁਤੀਆਂ ਨੇ, ਸੋ ਕੀ ਲੱਗੂ, ਬਰ, ਠੀਕ। ਸਟੀਲਿੰਗ ਲੱਗਿਆ ਹੋਇਆ ਸੀ, ਜਿਹੜੇ ਇੰਗ ਵਾਲੇ ਹੁੰਦੇ ਨੇ ਕੰਟੀਨਿਊਸ ਟੈਂਸ ਆ, ਉੱਥੋਂ ਅਸੀਂ ਇੰਗ ਹਟਾਉਂਦੇ ਹਾਂ ਜਦੋਂ, ਉਹਦੀ ਜਗ੍ਹਾ 'ਤੇ ਬੀਂਗ ਲਾਉਂਦੇ ਹਾਂ, BEING। ਸੋ ਆਵਰ ਬੁੱਕਸ ਵਰ ਬੀਂਗ। ਸਟੀਲ ਦੀ ਥਰਡ ਫਾਰਮ ਕੀ ਹੋਗੀ, ਸਟੋਲਨ, STOLEN। ਬਾਏ ਯੂ, ਯੂ 'ਚ ਹੀ ਰਹੂਗਾ, ਠੀਕ ਆ, ਚੇਂਜ ਨਹੀਂ ਹੋਊਗਾ। ਸੋ ਇਹ ਬਣ ਗਿਆ, ਆਵਰ ਬੁੱਕਸ ਵਰ ਬੀਂਗ ਸਟੋਲਨ ਬਾਏ ਯੂ। ਨੈਕਸਟ ਹੈ ਨਾ, ਵਾਜ਼ ਮੀਰਾ ਸਿੰਗਿੰਗ ਆ ਸੌਂਗ, ਠੀਕ। ਆ ਸੌਂਗ ਵੀ ਸਿੰਗੂਲਰ ਆ, ਜਦੋਂ ਆ ਸੌਂਗ ਨੂੰ ਅੱਗੇ ਲੈ ਕੇ ਆਵਾਂਗੇ ਵਾਜ਼ ਦਾ ਵਾਜ਼ ਹੀ ਰਹਿ ਜੂਗਾ ਅੱਗੇ ਮੂਰੇ। ਵਾਜ਼ ਆ ਸੌਂਗ, ਹੁਣ ਉੱਥੋਂ ਇੰਗ ਹਟਾਇਆ ਤਾਂ ਉਹਦੀ ਜਗ੍ਹਾ 'ਤੇ ਅਸੀਂ ਕੀ ਲਾਇਆ, ਬੀਂਗ। ਸਿੰਗ ਦਾ ਤੀਜੀ ਫਾਰਮ ਕੀ ਹੋ ਗਈ, ਸੰਗ, SUNG, ਠੀਕ। ਬਾਏ ਮੀਰਾ, ਮਗਰ ਸਾਈਨ ਆਫ ਇੰਟੈਰੋਗੇਸ਼ਨ। 10th ਵਨ ਆ, ਦੇ ਵਰ ਪ੍ਰਪੇਅਰਿੰਗ ਦੇਅਰ ਲੈਸਨ। ਦੇਅਰ ਲੈਸਨ ਅੱਗੇ ਆਊਗਾ, ਲੈਸਨ ਹੁਣ ਸਿੰਗੂਲਰ ਆ, ਸੋ ਵਾਜ਼ ਲੱਗ ਗਿਆ, ਫਿਰ ਲੱਗੂ ਨਾਲ ਉੱਥੋਂ ਇੰਗ ਹਟਾਵਾਂਗੇ ਪ੍ਰਪੇਅਰਿੰਗ ਨਾਲੋਂ ਤਾਂ ਵੀਂਗ ਲੱਗ ਗਿਆ, ਪ੍ਰਪੇਅਰ ਦਾ ਬਣ ਗਿਆ ਪ੍ਰਪੇਅਰਡ, ED ਲੱਗ ਗਈ। ਬਾਏ ਦੇ ਕਾਹਦੇ 'ਚ ਬਦਲ ਗਿਆ, ਦੈਮ 'ਚ। ਦੇਅਰ ਲੈਸਨ ਵਾਜ਼ ਬੀਂਗ ਪ੍ਰਪੇਅਰਡ ਬਾਏ ਦੈਮ। ਲਓ ਜੀ, ਇਹ ਹੋ ਗਿਆ ਚੇਂਜ ਦਾ ਵੋਇਸ, ਗ੍ਰਾਮਰ ਦਾ ਜਿਹੜਾ ਟੋਪਿਕ ਸੀ, ਡਨ। ਹੁਣ ਅੱਗੇ ਆ ਗਿਆ, ਕੰਪਲੀਟ ਦਾ ਫੋਲੋਇੰਗ ਅਨਾਊਂਸਮੈਂਟ ਯੂਜ਼ਿੰਗ ਦਾ ਹਿੰਟਸ। ਇੱਕ ਅਨਾਊਂਸਮੈਂਟ ਦਿੱਤੀ ਹੋਈ ਹੈ ਸਾਨੂੰ, ਥੱਲੇ ਸਾਨੂੰ ਦੇਖੋ ਹਿੰਟ ਦਿੱਤੇ ਹੋਏ ਨੇ, ਉਹਨਾਂ ਹਿੰਟਸ ਨੂੰ ਯੂਜ਼ ਕਰਕੇ ਅਸੀਂ ਬਲੈਂਕਸ ਆਏ ਫਿਲ ਕਰਾਂਗੇ। ਦਿਸ ਅਨਾਊਂਸਮੈਂਟ ਇਜ਼
to inform all the citizen that admission, पहले नंबर ते की होना, admission in government school has been started, schools आना सी, एस भी पानी सी उत्थे, has been started since April. As you know, government schools have set a big milestone in the history of education. So ਇੱਥੇ ਕੀ ਭਰਨਾ, ਬਿਗ ਤੋਂ ਬਾਅਦ ਮਾਈਲਸਟੋਨ. The education pattern is based on learning by doing. ਠੀਕ, ਉੱਥੋਂ ਆਪਾਂ ਚੱਕਾਂਗੇ ਹਿੰਟ ਤੇ ਉੱਥੇ ਭਰ ਦਿਆਂਗੇ, ਕੁਛ ਕਿਤੋਂ ਲੈਣ ਨਹੀਂ ਜਾਣਾ, ਲਰਨਿੰਗ ਔਰ ਡੂਇੰਗ ਦੂਜੇ ਔਰ ਤੀਜੇ ਨੰਬਰ ਤੇ ਪਿਆ. Free education up to class 8th, midday meal, textbooks, uniforms, smart classrooms, and scholarships are the main attraction of government schools to reduce your burden. Admit your word, ਇੱਥੇ means the child, ਬੱਚਾ, ਠੀਕ, in government schools. ਸੋ ਇਹ ਹੋ ਗਈ ਅਨਾਊਂਸਮੈਂਟ ਕੰਪਲੀਟ. ਬਲੈਂਕਸਾਂ ਥੱਲੇ ਦੇਖ ਕੇ ਤੁਸੀਂ ਫਿਲ ਕਰ ਦੇਣੀਆਂ ਨੇ ਬੇਟਾ. ਲਓ ਜੀ, ਹੁਣ ਅੱਗੇ ਕੀ ਆ ਗਈ, ਵਕੈਬਲਰੀ. ਵਕੈਬਲਰੀ ਦੇ ਵਿੱਚ ਕੀ ਆਇਆ, ਸਾਨੂੰ ਇਸ ਲੈਸਨ ਦੇ ਵਿੱਚ ਦਿੱਤੇ ਹੋਏ ਨੇ ਈਡੀਅਮ ਅਤੇ ਉਹਨਾਂ ਦੇ ਅਸੀਂ ਮੀਨਿੰਗ ਲਿਖਣੇ ਨੇ. ਇੰਗਲਿਸ਼ 'ਚ ਮੀਨਿੰਗ ਲਿਖੇ ਹੋਏ ਨੇ ਤੁਹਾਡੇ ਪੇਜ ਨੰਬਰ 150 ਦੇ ਉੱਤੇ ਬੁੱਕ 'ਤੇ. ਸੋ ਦੇਖੋ ਫਿਰ ਕੀ ਹੈ ਇੱਥੇ, ਕਿਹੜੇ ਕਿਹੜੇ ਦਿੱਤੇ ਹੋਏ ਨੇ. ਕਿਲ 2 ਬਰਡਸ ਵਿਦ 1 ਸਟੋਨ, ਇੱਕ ਪੱਥਰ ਨਾਲ 2 ਪੰਛੀਆਂ ਨੂੰ ਮਾਰਨਾ, ਮੀਨਸ ਇੱਕ ਤੀਰ 2 ਨਿਸ਼ਾਨੇ. ਤੋ ਜਦੋਂ ਇੰਗਲਿਸ਼ ਇਹਦਾ ਮੀਨਿੰਗ ਲਿਖਣਾ ਹੋਵੇ, ਇਜ਼ੀ ਮੀਨਿੰਗ ਲਿਖਣਾ ਹੋਵੇ, ਟੂ ਅਚੀਵ 2 ਥਿੰਗਸ ਵਿਦ 1 ਐਕਸ਼ਨ, ਅਸੀਂ ਇਹ ਲਿਖ ਸਕਦੇ ਹਾਂ. ਉੱਥੇ ਹੋਰ ਕੁਛ ਲਿਖਿਆ ਹੋ ਸਕਦਾ ਥੋੜ੍ਹਾ, ਇਹ ਆਪਣੇ ਆਪਣੇ ਹਿਸਾਬ ਨਾਲ ਉਹਨੂੰ ਜਿੰਨਾ ਅਸੀਂ ਈਜ਼ੀ ਕਰਕੇ ਲਿਖ ਸਕਦੇ ਹਾਂ ਨਾ, ਡਿਪੈਂਡ ਔਨ ਆ. ਚਲੋ ਅਗਲਾ ਹੈ ਮੇਕ ਹੇ ਵਾਈਲ ਦਾ ਸਨਸ਼ਾਈਨ. ਦੁਬਾਰਾ ਫਿਰ ਪੜ੍ਹੋ ਪਹਿਲਾਂ ਧਿਆਨ ਨਾਲ. ਮੇਕ ਹੇ ਵਾਈਲ ਸਨਸ਼ਾਈਨ. ਸੋ ਇਹਦਾ ਕੀ ਬਣਨਾ, ਹੁਣ ਦੇਖੋ ਕੀ ਮਤਲਬ ਆ, ਬਹਿੰਦੀ ਗੰਗਾ ਵਿੱਚ ਹੱਥ ਧੋਣੇ. ਠੀਕ, ਸੋ ਫਿਰ ਇਹਨੂੰ ਅਗਰ ਇੰਗਲਿਸ਼ 'ਚ ਲਿਖਣਾ ਹੋਵੇ, ਟੂ ਟੇਕ ਐਡਵਾਂਟੇਜ ਆਫ ਫੇਵਰੇਬਲ. ਮੈਂ ਨਾਲ ਇੰਗਲਿਸ਼ ਪੰਜਾਬੀ ਦੋਨਾਂ 'ਚ ਲਿਖੇ ਹੋਏ ਨੇ. ਨੈਕਸਟ ਹੈ ਨਾ ਫੀਲਸ ਔਨ ਕਲਾਊਡ 9. ਇਹ ਆਪਾਂ EVC ਦੀਆਂ ਵੀਡੀਓਜ਼ ਬਣਾਉਂਦੇ ਹਾਂ, ਉਹਦੇ ਵਿੱਚ ਵੀ ਆਇਆ ਸੀ ਨਾ, ਜਦੋਂ ਬਹੁਤ ਜ਼ਿਆਦਾ ਖੁਸ਼ ਆ, ਹੈਪੀ ਦੇ ਲਈ ਆਇਆ ਸੀ ਇਹ ਵਰਡ. ਟੂ ਬੀ ਐਕਸਟ੍ਰੀਮਲੀ ਹੈਪੀ, ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਨਾ, ਮੀਨਸ ਕਲਾਊਡ 9 'ਤੇ ਹੋਣਾ ਹੈ ਨਾ. ਨੋ ਸਟੋਨ ਅਨਟਰਨਡ, ਕੋਈ ਕਸਰ ਨਾ ਛੱਡਣਾ. ਜਦੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਮੈਂ ਤਾਂ ਕੋਈ ਕਸਰ ਨਹੀਂ ਛੱਡੀ, ਨੋ ਸਟੋਨ ਅਨਟਰਨਡ. ਅਗਰ ਇਹਨੂੰ ਈਜ਼ੀ ਇੰਗਲਿਸ਼ 'ਚ ਲਿਖਣਾ ਫਿਰ ਅਸੀਂ ਲਿਖਾਂਗੇ ਟੂ ਮੇਕ ਐਵਰੀ ਪੋਸੀਬਲ ਐਫਰਟ ਟੂ ਡੂ ਸਮਥਿੰਗ, ਕੋਈ ਕੰਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਾ. ਇਹ ਹੋ ਗਿਆ. ਇਹਨੂੰ ਤੁਸੀਂ ਇੱਥੇ ਪੌਜ਼ ਕਰਕੇ ਲਿਖ ਲੈਣਾ, ਫਿਰ ਇਹਨੂੰ ਲਰਨ ਕਰਨਾ ਬੇਟਾ, ਇੱਕ ਵਾਰੀ 'ਚ ਤੁਹਾਡੇ ਸਮਝ ਨਹੀਂ ਆਉਣਾ. ਠੀਕ, ਨੈਕਸਟ ਆ ਵੀਟ ਅਰਾਊਂਡ ਦਾ ਬੁਸ਼, ਇੱਧਰ ਉੱਧਰ ਦੀਆਂ ਗੱਲਾਂ ਮਾਰਨਾ, ਇਹਦਾ ਮਤਲਬ ਆ. ਹੁਣ ਤੁਹਾਨੂੰ ਬੁੱਕ 'ਤੇ ਉੱਥੇ ਲਿਖਿਆ ਵਾ ਅਵੋਇਡਿੰਗ ਦਾ ਮੇਨ ਟੋਪਿਕ, ਨਾਟ ਸਪੀਕਿੰਗ ਡਾਇਰੈਕਟਲੀ ਅਬਾਊਟ ਦਾ ਪ੍ਰੋਬਲਮ, ਸਿੱਧਾ ਪ੍ਰੋਬਲਮ ਬਾਰੇ ਗੱਲ ਨਾ ਕਰਨਾ, ਮੇਨ ਟੋਪਿਕ ਬਾਰੇ ਗੱਲ ਨਾ ਕਰਨਾ. ਸੋ ਫਿਰ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਨਾ ਲਿਖ ਸਕਦੇ ਹੋ. ਟੂ ਟਾਕ ਅਬਾਊਟ ਲੋਟਸ ਆਫ ਅਨਇੰਪੋਰਟੈਂਟ ਥਿੰਗਸ ਵੀ ਲਿਖ ਸਕਦੇ ਹੋ, ਵੀ ਅਨਇੰਪੋਰਟੈਂਟ ਥਿੰਗਸ ਬਾਰੇ ਬਹੁਤ ਸਾਰੀਆਂ ਗੱਲਾਂ ਮਾਰਨੀਆਂ. ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਇਹ ਵੀ ਤੁਸੀਂ ਬੜੀ ਵਾਰ ਸੁਣਿਆ ਹੋਣਾ. ਜਿਹੜੇ ਐਕਸ਼ਨਸ ਨੇ, ਸਾਡੇ ਕੰਮ ਨੇ, ਉਹ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੇ ਨੇ. ਬੁੱਕ 'ਤੇ ਤੁਹਾਨੂੰ ਲਿਖਿਆ ਹੋਇਆ ਪੀਪਲਸ ਇੰਟੈਂਸ਼ਨਸ ਕੈਨ ਬੀ ਜਜਡ ਬੈਟਰ ਬਾਏ ਵਾਟ ਦੇ ਡੂ ਦੈਨ ਵਾਟ ਦੇ ਸੇ, ਵੀ ਜਿਹੜੀ ਉਹਨਾਂ ਦੀ ਅਟੈਂਸ਼ਨ ਆ, ਉਹਨਾਂ ਦੀ ਜਿਹੜੀ ਸੋਚ ਆ, ਉਹ ਕੀ ਸੋਚਦੇ ਨੇ, ਕੀ ਕਰਨਾ ਚਾਹੁੰਦੇ ਨੇ, ਉਹਨਾਂ ਦੇ ਸ਼ਬਦਾਂ ਤੋਂ ਦੀ ਬਜਾਏ ਉਹ ਜੋ ਕਰਦੇ ਨੇ ਉਹ ਤੋਂ ਮਾਪੀ ਜਾਂਦੀ ਹੈ ਨਾ. ਕਰਨੀ ਕਥਨੀ ਤੋਂ ਤਾਕਤਵਰ ਹੁੰਦੀ ਹੈ. ਠੀਕ, ਕਰਨੀ ਮੀਨਸ ਕੰਮ ਕਰਨਾ, ਕਥਨੀ ਮੀਨਸ ਬੋਲਣਾ. ਤੋ ਐਕਸ਼ਨਸ ਆਰ ਮੋਰ ਇੰਪੋਰਟੈਂਟ ਦੈਨ ਵਰਡਸ, ਇਹ ਵੀ ਅਸੀਂ ਈਜ਼ੀ ਰੂਪ 'ਚ ਲਿਖ ਸਕਦੇ ਹਾਂ. ਐਕਸ਼ਨਸ ਆਰ ਮੋਰ ਇੰਪੋਰਟੈਂਟ ਦੈਨ ਵਰਡਸ. ਨੈਕਸਟ ਵਨ ਹੈ 2 and 2 ਮੇਕ 4. ਇਹ ਇੱਕ ਫੈਕਟ ਆ, 2 ਅਤੇ 2 4 ਹੁੰਦੇ ਹਨ. ਸੋ ਅਸੀਂ ਪੰਜਾਬੀ 'ਚ ਇੱਦਾਂ ਲਿਖਦੇ ਹਾਂ. ਅਗਰ ਇੰਗਲਿਸ਼ 'ਚ ਸਿੰਪਲ ਇੰਗਲਿਸ਼ 'ਚ ਇਹਨੂੰ ਐਕਸਪਲੇਨ ਕਰਾਂਗੇ, ਅਸੀਂ ਕਹਾਂਗੇ ਵੀ ਇਫ ਯੂ ਪੁੱਟ 2 and 2 ਟੂਗੈਦਰ ਐਂਡ ਗੈਟ 4. ਠੀਕ, ਨੈਕਸਟ ਵਨ ਹੈ ਟੂ ਕਰਾਈ ਓਵਰ ਸਪਿਲਟ ਮਿਲਕ, ਮਤਲਬ ਵਿਅਰਥ ਪਛਤਾਉਣਾ, ਸੱਪ ਨਿਕਲਣ ਮਗਰੋਂ ਲਕੀਰ ਪਿੱਟਣਾ, ਜਾਂ ਆਪਾਂ ਕਹਿੰਦੇ ਦੁੱਧ ਡੁੱਲੇ ਤੋਂ ਹੁਣ ਜਦੋਂ ਡੁੱਲ ਹੀ ਗਿਆ ਫਿਰ
ਪਛਤਾਉਣ ਦਾ ਕੀ ਫਾਇਦਾ, ਹੈ ਨਾ। ਸੋ ਇੱਥੇ ਲਿਖਿਆ ਤੁਹਾਨੂੰ ਬੁੱਕ 'ਤੇ, ਵੈਨ ਯੂ ਕੰਪਲੇਨ ਅਬਾਊਟ ਅ ਲਾਸ ਫਰੋਮ ਦਾ ਪਾਸਟ, ਜਿਹੜਾ ਪਾਸਟ ਦੇ ਵਿੱਚ ਕੋਈ ਨੁਕਸਾਨ ਹੋ ਚੁੱਕਿਆ ਉਹਦੇ ਬਾਰੇ ਤੁਸੀਂ ਕੰਪਲੇਨ ਕਰਦੇ ਹੋ, ਠੀਕ। ਟੂ ਫੀਲ ਸੌਰੀ ਔਰ ਸੈਡ ਅਬਾਊਟ ਸਮਥਿੰਗ ਦੈਟ ਹੈਜ਼ ਆਲਰੇਡੀ ਹੈਪਨਡ, ਉਸ ਬਾਰੇ ਸ਼ਿਕਾਇਤ ਕਰਨਾ, ਉਸ ਬਾਰੇ ਸੌਰੀ ਫੀਲ ਕਰਨਾ ਜਾਂ ਉਸ ਬਾਰੇ ਸੈਡ ਮਹਿਸੂਸ ਕਰਨਾ ਜੋ ਆਲਰੇਡੀ ਹੈਪਨ ਹੋ ਚੁੱਕਿਆ, ਠੀਕ। ਇਹ ਹੋ ਗਿਆ ਤੁਹਾਡਾ ਵੋਕੈਬਲਰੀ ਵਰਕ। ਹੁਣ ਅੱਗੇ ਆ ਗਿਆ ਸਬਸਟੀਟਿਊਸ਼ਨ ਆ ਗਿਆ, ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਆਪਾਂ। ਅ ਪਰਸਨ ਹੂ ਕੈਨ ਨਾਟ ਰੀਡ ਔਰ ਰਾਈਟ, ਉਹ ਬੰਦਾ ਜੋ ਨਾ ਲਿਖ ਸਕਦਾ ਨਾ ਪੜ੍ਹ ਸਕਦਾ, ਕੀ ਕਹਿੰਦੇ ਉਹਨੂੰ ਅਸੀਂ ਅਨਪੜ੍ਹ ਪੰਜਾਬੀ 'ਚ, ਅਤੇ ਇੰਗਲਿਸ਼ ਇਲਿਟਰੇਟ, ILL ਫਿਰ ਇਟ, ਤੋੜ ਕੇ ਯਾਦ ਕਰਨਾ, ਨਾਲੇ ਤਾਂ ਸਪੈਲਿੰਗ ਯਾਦ ਰਹਿਣਗੇ, ਨਾਲੇ ਫਿਰ ਲਿਖਣ 'ਚ ਕੋਈ ਦਿੱਕਤ ਨਹੀਂ ਹੋ। ILLIT ਇਟ, ਫਿਰ ਰੇਟ RATE, ਠੀਕ ਆ। ਨੈਕਸਟ ਵਨ ਆ ਗਿਆ ਪੀਰੀਅਡ ਆਫ 10 years, 10 ਸਾਲਾਂ ਦੇ ਅਰਸੇ ਨੂੰ ਅਸੀਂ ਕੀ ਕਹਿੰਦੇ ਹਾਂ, ਡੈਕਾ, DECADE, ਠੀਕ, DECADE, ਓਕੇ। ਨੈਕਸਟ ਵਨ ਆ ਗਿਆ ਬੇਟਾ ਬਟ ਹੂ ਡਜ਼ ਨਾਟ ਬਲੀਵ ਇਨ ਗੋਡ, ਉਹ ਜੋ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਪੰਜਾਬੀ 'ਚ ਅਸੀਂ ਉਹਨੂੰ ਕਹਿੰਦੇ ਹਾਂ ਨਾਸਤਿਕ, ਹੈ ਨਾ, ਵੀ ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ। ਅੰਗਰੇਜ਼ੀ 'ਚ ਆਥੀਸਿਸਟ, ਠੀਕ ਆ। ਪਹਿਲਾਂ ਏ ਆ ਗਿਆ, ਫਿਰ TH ਥੱਥੇ ਦੀ ਆਵਾਜ਼ ਦਿੰਦਾ, ਫਿਰ EIST, ਠੀਕ, ਆਥੀਸਿਸਟ, ਓਕੇ। ਇਹਨਾਂ ਨੂੰ ਤੁਸੀਂ ਵਰਡਸ ਨੂੰ ਗੂਗਲ 'ਤੇ ਭਰ ਕੇ ਸਰਚ ਕਰਕੇ ਨਾਲ ਦੀ ਨਾਲ ਬੋਲਣ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਬੇਟਾ। ਨੈਕਸਟ ਵਰਡ ਆ ਪ੍ਰੋਫੈਸ਼ਨਲ ਡਰਾਈਵਰ, ਜਿਹੜਾ ਪ੍ਰੋਫੈਸ਼ਨਲ ਤੌਰ ਤੇ ਡਰਾਈਵਿੰਗ ਦਾ ਕੰਮ ਕਰਦਾ ਉਹਨੂੰ ਅਸੀਂ ਕੀ ਕਹਿੰਦੇ, ਡਰਾਈਵਰ ਵੀ ਕਹਿੰਦੇ ਹਾਂ, ਪਰ ਇੱਕ ਹੋਰ ਸਪੈਸ਼ਲ ਵਰਡ ਆ ਸੌਫੋ, SAUFEUR, ਹੁਣ ਇਹਨਾਂ ਦੋਨਾਂ 'ਚ ਡਰਾਈਵਰ ਅਤੇ ਸੌਫਰ 'ਚ ਫਰਕ ਕੀ ਆ। ਡਰਾਈਵਰ ਤਾਂ ਜਿੱਦਾਂ ਆਪਾਂ ਕਹਿ ਲਓ ਬੱਸ ਦਾ ਡਰਾਈਵਰ ਆ, ਉਹ ਵੀ ਹੈ ਨਾ ਡਰਾਈਵਿੰਗ ਦਾ ਕੰਮ ਕਰਦਾ, ਉਹ A ਪੁਆਇੰਟ ਤੋਂ ਸਵਾਰੀਆਂ ਨੂੰ ਚੱਕਦਾ, B ਪੁਆਇੰਟ ਤੱਕ ਉਹਨਾਂ ਨੂੰ ਡਰੋਪ ਕਰਦਾ, ਉਹ ਡਰਾਈਵਰ ਆ। ਪਰ ਕਈ ਲੋਕਾਂ ਨੇ ਆਪਦੇ ਪਰਸਨਲ ਡਰਾਈਵਰ ਰੱਖੇ ਹੁੰਦੇ ਆ, ਉਹ ਇਕੱਲਾ ਇੱਕ ਪੁਆਇੰਟ ਤੋਂ ਚੱਕ ਕੇ ਇੱਕ ਪੁਆਇੰਟ 'ਤੇ ਉਹਨਾਂ ਨੂੰ ਛੱਡਦੇ ਹੀ ਨਹੀਂ, ਉਹ ਸਾਰਾ ਦਿਨ ਹੀ ਉਹਨਾਂ ਲਈ ਡਰਾਈਵ ਕਰਦੇ, ਜਿੱਥੇ ਉਹ ਕਹਿੰਦੇ ਆ ਰੁਕ ਜਾਓ ਰੁਕ ਗਏ, ਠੀਕ ਆ। ਸੋ ਇਸ ਤਰੀਕੇ ਨਾਲ ਲੋਕ ਜਿਹੜਾ ਦੂਸਰੇ ਦੀ ਸੁਵਿਧਾ ਲਈ ਉਹਨਾਂ ਦੀ ਗੱਡੀ ਚਲਾਉਂਦਾ, ਉਹਨੂੰ ਪ੍ਰੋਫੈਸ਼ਨਲ ਡਰਾਈਵਰ ਵੀ ਕਹਿ ਸਕਦੇ ਹਾਂ ਅਸੀਂ, ਸੌਫੋ ਵੀ ਕਹਿ ਸਕਦੇ ਹਾਂ। ਚਲੋ ਜੀ ਆ ਗਿਆ ਬੰਚ ਆਫ ਫਲਾਵਰ, ਫਲਾਵਰਾਂ ਦੇ ਮਤਲਬ ਫੁੱਲਾਂ ਦੇ ਗੁੱਛੇ ਨੂੰ ਅਸੀਂ ਕਹਿੰਦੇ ਹਾਂ ਬੁਕੇ, BOUQUET, ਠੀਕ ਹੈ। ਨੈਕਸਟ ਆ ਗਰੁੱਪ ਆਫ 12 ਥਿੰਗਸ, 12 ਚੀਜ਼ਾਂ ਦੇ ਗਰੁੱਪ ਨੂੰ ਕੀ ਕਹਿੰਦੇ ਆ, ਡਜ਼ਨ, DOZEN, ਠੀਕ, ਡੂਜਨ, ਦਰਜਨ ਬੋਲਦੇ ਵੈਸੇ ਆਪਾਂ ਨੂੰ, ਡਜ਼ਨ, ਠੀਕ। ਅੱਗੇ ਆ ਗਿਆ ਜੀ ਅ ਪਰਸਨ ਹੂ ਕਾਂਟ ਹੀਅਰ, ਜਿਹੜਾ ਬੰਦਾ ਸੁਣ ਨਹੀਂ ਸਕਦਾ, ਬੋਲਾ, ਡੈਫ, DEAF, ਡੈਫ। ਨੈਕਸਟ ਵਨ ਅ ਡਾਕਟਰ ਹੂ ਕੈਰੀਜ਼ ਆਊਟ ਆਪਰੇਸ਼ਨਸ, ਜਿਹੜਾ ਡਾਕਟਰ ਆਪਰੇਸ਼ਨ ਕਰਦਾ ਉਹਨੂੰ ਅਸੀਂ ਕੀ ਕਹਿੰਦੇ ਹਾਂ, ਸਰਜਨ, ਕੀ ਕਹਿੰਦੇ, ਸਰਜਨ, SURGEON, ਸਰਜਨ। ਨੈਕਸਟ ਆ ਗਰੁੱਪ ਆਫ ਪੀਪਲ, ਲੋਕਾਂ ਦਾ ਇੱਕ ਗਰੁੱਪ, ਭੀੜ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਫਿਰ ਉਹਨੂੰ ਇੰਗਲਿਸ਼ 'ਚ ਕਹਾਂਗੇ ਕਰਾਊਡ, CROWD। ਲਾਸਟ ਵਨ ਆ ਪਰਸਨ ਹੂ ਡਿਲੀਵਰਸ ਲੈਟਰਸ, ਇਹ ਸਾਰਿਆਂ ਨੂੰ ਆਉਂਦਾ, ਜਿਹੜਾ ਬੰਦਾ ਲੈਟਰ ਡਿਲੀਵਰ ਕਰਦਾ ਉਹਨੂੰ ਕਹਿੰਦੇ ਆ ਪੋਸਟਮੈਨ। ਸੋ ਹੋ ਗਿਆ। ਅੱਗੇ ਆ ਗਿਆ ਸਪੀਕਿੰਗ ਸਕਿੱਲ। What do you know about Marco Polo? Speak about a few lines which characterize Marco Polo. Marco Polo ਦਾ ਲੈਸਨ ਪੜ੍ਹਿਆ ਤੁਸੀਂ, ਇਹ ਉਹਦੇ ਨਾਲ ਰਿਲੇਟਡ ਮਾਈਂਡ ਮੈਪ ਦਿੱਤਾ ਹੋਇਆ। ਮਾਈਂਡ ਮੈਪ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹਦੇ ਬਾਰੇ ਕੁਝ ਲਾਈਨਾਂ ਬੋਲਣੀਆਂ ਨੇ ਬੇਟਾ, ਠੀਕ। ਉਹਦਾ ਜਨਮ ਕਿੱਥੇ ਹੋਇਆ, ਉਹਨੇ ਕਿੱਥੋਂ ਤੇ ਕਿੱਥੇ ਟਰੈਵਲ ਕੀਤਾ, ਕਿਹੜੀ ਬੁੱਕ ਲਿਖੀ, ਮਰਚੈਂਟ ਸੀ ਉਹ, ਐਡਵੈਂਚਰਰ ਸੀ, ਹੈ ਨਾ। ਸੋ ਕਿੰਨੇ ਸਾਲ ਉਹਨੇ ਚਾਈਨਾ 'ਚ ਸਪੈਂਡ ਕੀਤੇ, ਸਾਰੇ ਹਿੰਟ ਸਾਨੂੰ ਦਿੱਤੇ ਹੋਏ ਨੇ। ਇਹਨਾਂ ਹਿੰਟਸ ਨੂੰ ਯੂਜ਼ ਕਰਦੇ ਹੋਏ ਅਸੀਂ ਮਾਰਕੋ ਪੋਲੋ ਬਾਰੇ ਐਟਲੀਸਟ 5 ਸੈਂਟੈਂਸ ਬੋਲਣੇ ਆ, ਓਕੇ। ਇਹ ਸਪੀਕਿੰਗ ਪਾਰਟ ਹੈ ਇਹਦਾ। ਅਤੇ ਇਹਦਾ B ਪਾਰਟ ਦੇ ਵਿੱਚ ਸਾਨੂੰ ਕੁਝ ਸ਼ਬਦ ਦਿੱਤੇ ਹੋਏ ਨੇ ਬੇਟਾ, ਇਹਨਾਂ ਸ਼ਬਦਾਂ ਨੂੰ ਤੁਸੀਂ
ਪ੍ਰੈਕਟਿਸ ਕਰਨੀ ਆ ਲਾਊਡਲੀ ਬੋਲਣ ਦੀ। ਪ੍ਰੈਕਟਿਸ ਕਿੱਦਾਂ ਕਰੋਗੇ? ਵਰਡ ਨੂੰ ਉੱਤੇ ਭਰ ਲਓ ਗੂਗਲ ਦੇ ਉੱਤੇ, ਉੱਥੇ ਸਪੀਕਰ ਆਉਂਦਾ ਉਹਨੂੰ ਔਨ ਕਰੋ, 2 ਵਾਰ ਕਰੋ, 10 ਵਾਰ ਕਰੋ, ਠੀਕ ਆ। ਨਾਲ ਨਾਲ ਉਹਨੂੰ ਤੁਸੀਂ ਵੀ ਲਾਊਡਲੀ ਬੋਲੋ ਤਾਂ ਕਿ ਤੁਹਾਡੀ ਪ੍ਰੈਕਟਿਸ ਹੋ ਜਾਵੇ। ਇਹ ਕੰਮ ਤੁਸੀਂ ਇੱਦਾਂ ਕਰਨਾ ਬੇਟਾ। ਰਾਈਟਿੰਗ ਸਕਿੱਲ ਦੇ ਵਿੱਚ ਸਮਰ ਵਕੇਸ਼ਨ ਨਾਲ ਰਿਲੇਟਡ ਤੁਸੀਂ ਕਿੱਥੇ ਗਏ, ਕਿਵੇਂ ਘੁੰਮੇ, ਹੌਲੀਡੇਜ਼ ਕਿੱਦਾਂ ਸਪੈਂਡ ਕੀਤੀਆਂ, ਸਮਰ ਵਕੇਸ਼ਨ 'ਤੇ ਲਿਖਣੀਆਂ। ਉਸ ਤੋਂ ਬਾਅਦ ਲਿਸਨਿੰਗ ਪਾਰਟ ਆ ਗਿਆ, ਇਹ ਆਪਾਂ ਬਾਅਦ 'ਚ ਕਰਾਂਗੇ ਵੀ। ਇੱਥੇ ਵੀ ਮੈਂ ਟਿੱਕੇ ਲਗਾ ਦਿੱਤੇ ਨੇ, ਬਟ ਅਗਰ ਤੁਸੀਂ ਚਾਹੋ ਤਾਂ ਟਿਕ ਕਰ ਸਕਦੇ ਹੋ, ਠੀਕ। ਪਰ ਜਦੋਂ ਮੈਂ ਲਿਸਨਿੰਗ ਪਾਰਟ ਕਰਵਾਵਾਂਗੀ ਸਾਰਿਆਂ ਦੇ, ਫਿਰ ਉਦੋਂ ਪ੍ਰੋਪਰ ਤੁਹਾਨੂੰ ਇਹ ਵਾਲਾ ਜਿਹੜਾ ਕਰਵਾਵਾਂਗੇ, ਠੀਕ ਹੈ ਬੇਟਾ। ਲਓ ਜੀ, ਇਹ ਡਨ ਹੋ ਗਿਆ ਬੇਟਾ ਸਾਰਾ ਆਪਣਾ 12 ਦੇ 12 ਲੈਸਨ, ਸਾਰੀਆਂ ਵਰਕਸ਼ੀਟਸ ਹੋ ਗਈਆਂ। ਹੁਣ ਇਹ ਤੋਂ ਇਲਾਵਾ ਵਰਕਸ਼ੀਟ ਦੇ ਵਿੱਚ ਪਿੱਛੇ ਸਾਨੂੰ ਪੋਸਟਰ ਦਿੱਤੇ ਹੋਏ ਨੇ, ਕਨਵਰਸੇਸ਼ਨ ਦਿੱਤੀ ਹੋਈ ਆ, ਪੈਰਾਗ੍ਰਾਫਸ ਦਿੱਤੇ ਅਨਸੀਨ, ਉਹ ਵੀ ਸੋਲਵ ਕਰਨੇ ਨੇ ਬੇਟਾ। ਸੋ ਪੇਪਰ 'ਚ ਆਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਉਹਨਾਂ ਦੀ। ਸੋ ਮੇਰੀ ਕੋਸ਼ਿਸ਼ ਹੈ ਤੁਹਾਨੂੰ ਸਾਰੀਆਂ ਚੀਜ਼ਾਂ ਸੋਲਵ ਕਰਵਾ ਦਿਆਂ। ਜੇ ਮੇਰੀ ਇਹ ਕੋਸ਼ਿਸ਼ਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਔਰ ਸ਼ੇਅਰ ਕਰੋ ਵੀਡੀਓ ਨੂੰ, ਅਤੇ ਵੱਧ ਤੋਂ ਵੱਧ ਤਾਂ ਕਿ ਬੱਚੇ ਫਾਇਦਾ ਉਠਾ ਸਕਣ ਇਹਦਾ। ਸਾਰਾ ਟਰਮ 2 ਸੋਲਵ ਹੋ ਗਿਆ। ਜਿਹਨੇ ਜਿਹੜਾ ਨਹੀਂ ਟੌਪਿਕ ਦੇਖਿਆ ਉਹ ਦੇਖ ਕੇ ਸੋਲਵ ਕਰੋ ਔਰ ਟਰਮ 2 ਦੀ ਤਿਆਰੀ ਕਰੋ ਬੇਟਾ। ਬੈਸਟ ਆਫ ਲੱਕ ਫॉर ਯੂਰ ਐਗਜ਼ਾਮਸ। ਮਿਲਦੇ ਹਾਂ ਫਿਰ ਹੋਰ ਕਿਸੇ ਵੀਡੀਓ ਨਾਲ।